ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਘਟ ਅਵ ਘਟ ਡੂੰਗਰ ਘਣਾ, ਇਕ ਨਿਰਗੁਣ ਬੈਲ ਹਮਾਰ। ਰਮਈਏ ਸਿਉ ਇਕ ਬੇਨਤੀ, ਮੇਰੀ ਪੂੰਜੀ ਰਾਖ ਮੁਰਾਰ। ਧੰਨ ਵਾਹਿਗੁਰੂ ਸਾਹਿਬ ਜੀਓ। ਮਹਲਾ ਪਹਿਲਾ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ। ਛੁਟੇ ਤਿਲ ਬੁਆੜ ਜਿਉ, ਸੁੰਝੇ ਅੰਦਰ ਖੇਤ। ਖੇਤੇ ਅੰਦਰ ਛੁਟਿਆਂ, ਕਹੋ ਨਾਨਕ ਸੋ ਨਾ। ਫਲੀਆਂ ਫੁੱਲੀਆਂ ਬਪੁੜੇ, ਭੀ ਤਨ ਵਿੱਚ ਸੁਵਾ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਵਾਲੀਏ ਕੁਲ ਜਹਾਂ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁਕੱਦਸ ਗੋਦ ਅੰਦਰ ਸੁਭਾਏਮਾਨ ਅਜ਼ੀਜ਼ ਹਾਜ਼ਰੀਨ। ਬਹੁਤ ਵੱਡਿਆਂ ਭਾਗਾਂ ਵਾਲੇ ਹਾਂ ਜੋ ਸਤਿਗੁਰੂ ਸਾਹਿਬਾਨਾਂ ਦੀ ਮੁਬਾਰਕ ਗੋਦ ਅੰਦਰ ਸੁਭਾਏਮਾਨ ਹੋ ਕੇ ਅੰਮ੍ਰਿਤ ਵੇਲੇ ਤੋਂ ਹੀ ਸਤਿਗੁਰੂ ਸਾਹਿਬਾਨਾਂ ਦੀ ਪਾਵਨ ਬਾਣੀ ਦੇ ਨਾਲ ਸਾਂਝ ਪਾ ਰਹੇ ਸਾਂ। ਦਾਸ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਹੋਣਾ ਨੇ ਪਾਵਨ ਬਾਣੀ ਦੇ ਕੀਰਤਨ ਦੇ ਨਾਲ ਆਪਾਂ ਸਾਰੀਆਂ ਸੰਗਤਾਂ ਨੂੰ ਨਿਹਾਲ ਕੀਤਾ ਹੈ। ਆਓ ਇਸੇ ਹੀ ਲੜੀ ਨੂੰ ਅਗਾਂਹ ਤੋਰਦਿਆਂ ਹੋਇਆਂ ਕੁਝ ਕੁ ਸਮਾਂ ਦਾਸ ਨੇ ਗੁਰਮਤਿ ਵਿਚਾਰਾਂ ਦੇ ਨਾਲ ਸਾਂਝ ਪਾਉਣ ਦਾ ਯਤਨ ਕਰਨਾ ਹੈ। ਸਮਾਂ ਸੀਮਤ ਹੈ ਆਪਣੇ ਕੋਲ, 1 ਵਜੇ ਤੱਕ ਆਪਾਂ ਸਾਰੀ ਸਮਾਪਤੀ ਕਰ ਦੇਣੀ ਹੈ। ਔਰ ਇਹ ਕੋਸ਼ਿਸ਼ ਕਰਨੀ ਹੈ ਕਿ ਜਿਤਨਾ ਵੀ 15-20 ਮਿੰਟ ਸਮਾਂ ਆਪਣੇ ਕੋਲ ਹੈ, ਆਪਾਂ ਧਿਆਨ ਦੇ ਨਾਲ ਗੁਰੂ ਦੀ ਵਿਚਾਰ ਨੂੰ ਸੁਣਨ ਦਾ ਜਿਹੜਾ ਉਹ ਯਤਨ ਕਰਨਾ ਹੈ। ਮੰਗਲਾਚਰਨ ਦੇ ਰੂਪ ਦੇ ਵਿੱਚ ਜੋ ਸਲੋਕ ਆਪ ਸਾਰੀਆਂ ਸੰਗਤਾਂ ਦੇ ਸਾਹਮਣੇ ਸਾਂਝਾ ਕੀਤਾ ਹੈ, ਇਹ ਸਲੋਕ ਸਿੱਖ ਧਰਮ ਦੇ ਬਾਨੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਇਸ ਸਲੋਕ ਦੇ ਰਾਹੀਂ ਸਤਿਗੁਰੂ ਸਾਹਿਬਾਨਾਂ ਨੇ ਇੱਕ ਮੈਸੇਜ ਸਾਨੂੰ ਸਾਰਿਆਂ ਨੂੰ ਦੇਣ ਦਾ ਉਪਰਾਲਾ ਕੀਤਾ ਹੈ। ਹਾਲਾਂਕਿ ਸਾਰੀ ਦੀ ਸਾਰੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ 1430 ਅੰਗ ਤੱਕ ਜਿਤਨੀ ਵੀ ਬਾਣੀ ਹੈ, ਸਾਰੀ ਸਾਡੇ ਵਾਸਤੇ ਉਪਦੇਸ਼ ਹੈ। ਔਰ ਮੈਂ ਜਿੱਥੇ ਵੀ ਬੇਨਤੀ ਕਰਦਾ, ਜਿੱਥੇ ਵੀ ਦਾਸ ਨੂੰ ਸਮਾਂ ਮਿਲਦਾ ਹੈ ਕਥਾ ਕਰਨ ਦਾ, ਮੈਂ ਆਪਣੀ ਗੱਲ ਨੂੰ ਸ਼ੁਰੂ ਇੱਥੋਂ ਕਰਦਾ ਹੈ ਕਿ ਜਿਹੜੀ ਗੁਰਬਾਣੀ ਹੈ ਇਹ ਸਾਡੇ ਲਈ ਜੀਵਨ ਜਾਚ ਹੈ। ਗੁਰਬਾਣੀ ਨੂੰ ਸੁਣ ਕੇ, ਗੁਰਬਾਣੀ ਨੂੰ ਪੜ੍ਹ ਕੇ, ਗੁਰਬਾਣੀ ਨੂੰ ਵਿਚਾਰ ਕੇ ਅਸੀਂ ਇਹ ਚੀਜ਼ ਵੇਖਣੀ ਹੈ ਕਿ ਸਾਡਾ ਜੀਵਨ ਜਿਹੜਾ ਗੁਰਬਾਣੀ ਦੇ ਆਸ਼ੇ ਅਨੁਸਾਰ ਹੈ ਜਾਂ ਨਹੀਂ ਹੈ। ਮੈਂ ਇੱਕ ਛੋਟੀ ਜਿਹੀ ਬੇਨਤੀ ਕਰਾਂ, ਉਸ ਤੋਂ ਬਾਅਦ ਆਪਾਂ ਆਪਣੀ ਵਿਚਾਰ ਨੂੰ ਅੱਗੇ ਲੈ ਕੇ ਜਾਵਾਂਗੇ। ਪ੍ਰੋਫੈਸਰ ਸਾਹਿਬ ਸਿੰਘ ਨੇ ਗੁਰਬਾਣੀ ਦਾ ਟੀਕਾ ਕੀਤਾ ਹੈ। ਟੀਕੇ ਤੋਂ ਭਾਵ ਹੁੰਦਾ ਹੈ ਗੁਰਬਾਣੀ ਦੇ ਅਰਥ ਕਰਨੇ। ਜਦੋਂ ਉਹਨਾਂ ਨੇ ਗੁਰਬਾਣੀ ਦੇ ਅਰਥ ਕੀਤੇ ਤੇ ਉਹਨਾਂ ਨੇ ਉਹਨਾਂ ਟੀਕਿਆਂ ਦਾ ਨਾਮ ਬੜਾ ਸੋਚ ਸਮਝ ਕੇ ਰੱਖਿਆ।
ਉਹਨਾਂ ਟੀਕਿਆਂ ਦਾ ਨਾਮ ਉਹਨਾਂ ਨੇ ਰੱਖਿਆ ਦਰਪਣ। ਉਹ ਦਰਪਣ ਕਿਹਾ ਜਾਂਦਾ ਸ਼ੀਸ਼ੇ ਨੂੰ। ਸ਼ੀਸ਼ਾ ਸਾਨੂੰ ਸਾਡੀ ਕਮੀ ਦਾ ਅਹਿਸਾਸ ਕਰਾਉਂਦਾ ਹੈ। ਜਦੋਂ ਅਸੀਂ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਸਿਰ 'ਤੇ ਦਸਤਾਰ ਸਜਾਉਂਦੇ ਹਾਂ ਜਾਂ ਆਪਣੇ ਆਪ ਨੂੰ ਦੇਖਦੇ ਹਾਂ, ਸ਼ੀਸ਼ਾ ਸਾਨੂੰ ਇਹ ਚੀਜ਼ ਦੱਸਦਾ ਹੈ ਤੇਰੀ ਦਸਤਾਰ ਫਲਾਣੇ ਥਾਂ ਤੋਂ ਟੇਢੀ ਹੈ, ਤੇਰੇ ਚਿਹਰੇ 'ਤੇ ਫਲਾਣੇ ਥਾਂ 'ਤੇ ਦਾਗ ਲੱਗਾ ਹੈ, ਕਿਉਂਕਿ ਅੱਖਾਂ ਆਪ ਨਹੀਂ ਦੇਖ ਸਕਦੀਆਂ, ਇਸ ਕਰਕੇ ਸਹਾਰਾ ਉਹਦਾ। ਗੁਰਬਾਣੀ ਦਾ ਅਰਥ ਕਰਦਿਆਂ ਹੋਇਆਂ ਪ੍ਰੋਫੈਸਰ ਸਾਹਿਬ ਸਿੰਘ ਨੇ ਗੁਰਬਾਣੀ ਦੇ ਅਰਥਾਂ ਦਾ ਜਿਹੜਾ ਸੰਗ੍ਰਹਿ ਸੀਗਾ ਉਹਨਾਂ ਨੂੰ ਨਾਮ ਦਿੱਤਾ ਹੈ ਦਰਪਣ। ਸਿੱਖਾ ਜਦੋਂ ਵੀ ਗੁਰਬਾਣੀ ਨੂੰ ਪੜ੍ਹੇ, ਜਦੋਂ ਵੀ ਤੂੰ ਪਾਵਨ ਬਾਣੀ ਦੇ ਵਿਚਾਰ ਨੂੰ ਕਰੇ, ਪਾਵਨ ਬਾਣੀ ਨੂੰ ਵਿਚਾਰਦਿਆਂ ਹੋਇਆਂ ਇਹ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜੋ ਚੀਜ਼ ਗੁਰਬਾਣੀ ਆਖ ਰਹੀ ਹੈ ਮੈਂ ਆਪਣੇ ਜੀਵਨ ਦੇ ਵਿੱਚ ਉਸ ਚੀਜ਼ ਨੂੰ ਇੰਪਲੀਮੈਂਟ ਕੀਤਾ ਹੈ ਜਾਂ ਨਹੀਂ ਕੀਤਾ। ਖੈਰ, ਅੱਜ ਦੇ ਸ਼ਲੋਕ ਦੇ ਰਾਹੀਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਵਾਕ ਰੱਖੇ ਹਨ, ਗੁਰੂ ਨਾਨਕ ਸਾਹਿਬ ਆਖਦੇ ਨੇ, ਹੇ ਨਾਨਕ, ਜਿਹੜਾ ਇਨਸਾਨ ਹੈ ਨਾ ਆਪਣੇ ਆਪ ਦੇ ਵਿੱਚ ਬੜਾ ਸਿਆਣਾ ਬਣ ਕੇ ਬੈਠਾ ਹੈ। ਔਰ ਅੱਜ ਮੈਂ ਇਹ ਗੱਲ ਦੱਸਣੀ ਚਾਹੁੰਦਾ ਇਨਸਾਨ ਨੂੰ ਵੀ ਅਸਲ ਦੇ ਵਿੱਚ ਤੂੰ ਸਿਆਣਾ ਹੈ ਜਾਂ ਨਹੀਂ ਹੈ। ਆਓ ਆਪਾਂ ਇਸ ਵਿਚਾਰ ਨੂੰ ਆਰੰਭਣ ਤੋਂ ਪਹਿਲਾਂ ਇੱਕ ਵਾਰ ਫਤਿਹ ਦੇ ਨਾਲ ਸਾਂਝ ਪਾ ਲਈਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਦੋਵੇਂ ਕਰ ਜੋੜ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਵਾਕ ਦੇ ਰਾਹੀਂ ਸਮਝਾਇਆ। ਕਹਿਣ ਲੱਗੇ, ਨਾਨਕ ਗੁਰੂ ਨਾ ਚੇਤਨੀ। ਹੇ ਨਾਨਕ, ਇਨਸਾਨ ਨੇ ਗੁਰੂ ਨੂੰ ਚਿੱਤ ਦੇ ਵਿੱਚ ਨਹੀਂ ਵਸਾਇਆ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਆਪਣੇ ਆਪ ਦੇ ਵਿੱਚ ਸੁਚੇਤ ਹੋ ਕੇ ਬੈਠਾ ਹੈ, ਆਪਣੇ ਆਪ ਦੇ ਵਿੱਚ ਸਿਆਣਾ ਬਣ ਕੇ ਬੈਠਾ ਹੈ। ਪਰ ਇਹ ਸਿਆਣਾ ਹੈ ਜਾਂ ਨਹੀਂ ਹੈ ਇਹ ਪੁੱਛਣ ਦਾ ਯਤਨ ਕਦੀ ਗੁਰੂ ਨੂੰ ਨਹੀਂ ਕੀਤਾ। ਛੁੱਟੇ ਤਿਲ ਬਵਾੜ ਜਿਉਂ, ਐਗਜ਼ਾਮਪਲ ਬੜੀ ਪਿਆਰੀ ਦਿੱਤੀ ਹੈ। ਹੋ ਸਕਦਾ ਹੈ ਸਾਡੇ ਵਿੱਚੋਂ ਬਹੁਤ ਸਾਰੇ ਵੀਰ ਭਰਾ ਬਜ਼ੁਰਗ ਜਿਨ੍ਹਾਂ ਦਾ ਵਾਹ ਵਾਸਤਾ ਖੇਤੀਬਾੜੀ ਦੇ ਨਾਲ ਹੈ, ਉਹ ਜਾਣਦੇ ਹੋਣਗੇ ਕਿ ਤਿਲਾਂ ਦੀ ਖੇਤੀ ਕੀਤੀ ਜਾਂਦੀ ਹੈ। ਉਹ ਤਿਲਾਂ ਦੀ ਖੇਤੀ ਦੇ ਵਿੱਚ ਉਹਨਾਂ ਨੂੰ ਇੱਕ ਇੱਦਾਂ ਦੀ ਜਿਹੜੀ ਔਰ ਲੱਗ ਜਾਂਦੀ ਹੈ, ਇੱਦਾਂ ਦੀ ਇੱਕ ਬਿਮਾਰੀ ਪੈ ਜਾਂਦੀ ਹੈ ਜਿਹਦੇ ਵਿੱਚ ਤਿਲਾਂ ਦੇ ਬੂਟੇ ਬੜੇ ਸੋਹਣੇ ਦਿਖਦੇ ਨੇ, ਉਹਨਾਂ ਨੂੰ ਫਲ ਵੀ ਆਉਂਦਾ ਹੈ, ਤਿਲਾਂ ਦੇ ਬੂਟਿਆਂ ਨੂੰ ਫੁੱਲ ਵੀ ਲੱਗਦੇ ਨੇ, ਪਰ ਜਿਹੜੀ ਚੀਜ਼ ਪੈਣੀ ਚਾਹੀਦੀ ਸੀਗੀ, ਫਲ ਦੀ ਦਾਤ ਪਰਮਾਤਮਾ ਉਹਨਾਂ ਵਿੱਚ ਨਹੀਂ ਪਾਉਂਦਾ, ਬਿਮਾਰੀ ਦੇ ਕਾਰਨ ਹੋ ਜਾਂਦਾ ਹੈ। ਇਸ ਤਰੀਕੇ ਦੇ ਨਾਲ ਐਗਜ਼ਾਮਪਲ ਦੇ ਕੇ ਸਤਿਗੁਰੂ ਸਾਹਿਬਾਨਾਂ ਨੇ ਸਮਝਾਇਆ। ਕਹਿਣ ਲੱਗੇ, ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਵਾੜ ਜਿਉਂ ਸੁੰਝੇ ਅੰਦਰ ਖੇਤ, ਖੇਤੇ ਅੰਦਰ ਛੁੱਟਿਆਂ। ਫਿਰ ਜਿਨ੍ਹਾਂ ਤਿਲਾਂ ਨੂੰ ਜਿਹੜੀ ਹੈ ਫਲ ਦੀ ਦਾਤ ਨਹੀਂ ਨਾ ਮਿਲਦੀ, ਫਿਰ ਉਹਨਾਂ ਤਿਲਾਂ ਨੂੰ ਜਿਹੜਾ ਕਿਸਾਨ ਹੈ ਵੱਢ ਕੇ ਆਪਣੇ ਘਰ ਨਹੀਂ ਲੈ ਕੇ ਜਾਂਦਾ, ਉਹਨਾਂ ਤਿਲਾਂ ਨੂੰ ਖੇਤਾਂ ਦੇ ਵਿੱਚ ਹੀ ਰਹਿਣ ਦਿੰਦਾ ਹੈ। ਅਤੇ ਜਿਹੜੇ ਤਿਲ ਖੇਤਾਂ ਦੇ ਵਿੱਚ ਰਹਿੰਦੇ ਨੇ, ਜੇ ਉਹਨਾਂ ਨੂੰ ਉਹਨਾਂ ਦਾ ਮਾਲਕ ਵੱਢ ਕੇ ਲੈ ਜਾਂਦਾ ਤਾਂ ਮਾਲਕ ਇੱਕ ਹੋਣਾ ਸੀਗਾ, ਅਧਿਕਾਰ ਉਹਦਾ ਹੋਣਾ ਸੀਗਾ ਜਿਹਨੇ ਫਸਲ ਬੀਜੀ ਅਤੇ ਜਿਹਨੇ ਫਸਲ ਵੱਢੀ। ਕਿਸਾਨ ਫਸਲ ਆਪਣੇ ਘਰ ਨਹੀਂ ਲੈ ਕੇ ਗਿਆ, ਹੁਣ ਉੱਥੇ ਅਧਿਕਾਰ ਕਿਸਾਨ ਦਾ ਨਹੀਂ ਰਹਿ ਗਿਆ, ਅਧਿਕਾਰ ਇੱਕ ਦਾ ਨਹੀਂ ਰਹਿ ਗਿਆ। ਉਹਦੇ 'ਤੇ ਅਧਿਕਾਰ ਜਾਨਵਰਾਂ ਦਾ ਵੀ ਹੈ, ਉਹਦੇ 'ਤੇ ਅਧਿਕਾਰ ਜਿਹੜਾ ਉਹ ਚਿੜੀਆਂ ਦਾ ਵੀ ਹੈ, ਉਹਦੇ 'ਤੇ ਅਧਿਕਾਰ ਕਿਸੇ ਉਸ ਬੰਦੇ ਦਾ ਵੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਵੱਢ ਕੇ ਲੈ ਜਾਣਾ ਹੈ, ਆਪਣੇ ਚੁੱਲ੍ਹੇ ਦੇ ਵਿੱਚ ਡਾਹ ਕੇ ਉਹਨਾਂ ਦੀ ਅੱਗ ਬਾਲ ਲੈਣੀ ਹੈ। ਉਹਦੇ 'ਤੇ ਇੱਕ ਬੰਦੇ ਦਾ ਅਧਿਕਾਰ ਨਹੀਂ ਰਹਿ ਜਾਂਦਾ। ਖਿਆਲ ਕਰਿਆ ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਸ਼ਲੋਕ ਦੇ ਰਾਹੀਂ ਸਮਝਾਇਆ ਇਹ ਹੈ, ਭਲਿਆ ਜੇ ਗੁਣਾਂ ਦੀ ਤਾਤ ਤੇਰੇ ਜੀਵਨ ਦੇ ਵਿੱਚ ਨਾ ਰਹੀ, ਬਾਹਰੀ ਤੌਰ 'ਤੇ ਤੂੰ ਦਸਤਾਰ ਸਜਾਉਣਾ ਹੈ, ਬਾਹਰੀ ਤੌਰ 'ਤੇ ਤੂੰ ਪੰਜਾਂ ਕਕਾਰਾਂ ਦਾ ਧਾਰਨੀ ਹੈ, ਜੇ ਤੇਰੇ ਅੰਦਰ ਚੰਗੇ ਗੁਣਾਂ ਦੀ ਦਾਤ ਨਾ ਰਹੀ ਤੇ ਯਾਦ ਰੱਖ ਲਈ ਇੱਕ ਮਾਲਕ ਨੇ ਤੇਰਾ ਪੱਲਾ ਛੱਡ ਜਾਣਾ ਹੈ। ਅਤੇ ਜਦੋਂ ਇੱਕ ਮਾਲਕ ਨੇ ਪੱਲਾ ਛੱਡ ਦਿੱਤਾ, ਉਸ ਅਕਾਲ ਪੁਰਖ ਨੇ ਪੱਲਾ ਛੱਡ ਦਿੱਤਾ, ਫਿਰ ਸਮਾਜ ਦੇ ਵਿੱਚ ਦੂਜਾ ਕੋਈ ਵੀ ਇਹੋ ਜਿਹੀ ਸ਼ਖਸੀਅਤ ਨਹੀਂ ਹੈ ਵੀ ਜਿਹੜਾ ਤੇਰਾ ਪੱਲਾ ਫੜ ਸਕੇ। ਕਿਉਂਕਿ ਜਦੋਂ ਅਕਾਲ ਪੁਰਖ ਵਾਹਿਗੁਰੂ ਨਹੀਂ ਛੱਡ ਦਿੱਤਾ, ਉਹ ਸਤਿਗੁਰੂ ਸਾਹਿਬਾਨਾਂ ਦੀ ਪਾਵਨ ਬਾਣੀ ਨੇ ਥਾਂ ਥਾਂ 'ਤੇ ਸਮਝਾਇਆ ਹੈ, ਥਾਂ ਥਾਂ 'ਤੇ ਐਗਜ਼ਾਮਪਲਾਂ ਦੇ ਕੇ ਸਾਡੇ ਸਾਹਮਣੇ ਵਾਕ ਰੱਖੇ ਨੇ ਵੀ ਭਲਿਆ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਥਾਂ ਦੇ। ਕਿਉਂਕਿ ਜਿਹੜੀ ਅਕਾਲ ਪੁਰਖ ਔਰ ਜੀਵ ਆਤਮਾ ਦੇ ਵਿੱਚ ਜਿਹੜੀ ਹੰਕਾਰ ਦੀ ਕੰਧ ਹੈ ਨਾ, ਕੂੜ ਦੀ ਪਾਲ ਹੈ, ਜਪ ਬਾਣੀ ਸਾਰੇ ਜਾਣੇ
ਆਪਾਂ ਜਿਹੜੇ ਉਹ ਪੜ੍ਹਦੇ ਹਾਂ, ਉਹ ਸਾਰਿਆਂ ਨੂੰ ਜਪ ਬਾਣੀ ਯਾਦ ਹੋਵੇਗੀ। ਉਹ ਜਪ ਬਾਣੀ ਦੀ ਪਹਿਲੀ ਪੌੜੀ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਡੇ ਸਾਹਮਣੇ ਵਾਕ ਰੱਖੇ ਨੇ, ਕਿਵੇਂ ਸਚਿਆਰਾਂ ਹੋਈਏ। ਸ਼ਾਇਦ ਸਾਰਿਆਂ ਨੂੰ ਯਾਦ ਹੋਵੇਗੀ ਇਹ ਪੰਕਤੀ, ਕਿਵੇਂ ਸਚਿਆਰਾਂ ਹੋਈਏ, ਕਿਵੇਂ ਕੂੜੇ ਟੁੱਟੇ ਪਾਲ। ਅਗਲਾ ਬੰਦ ਬੜੇ ਧਿਆਨ ਨਾਲ ਪੜ੍ਹਨ ਵਾਲਾ ਹੈ, ਹੁਕਮ ਰਜ਼ਾਈ ਚੱਲਣਾ। ਪਹਿਲੀ ਪੰਕਤੀ ਦੇ ਵਿੱਚ ਸਵਾਲ ਕ੍ਰੀਏਟ ਕੀਤਾ ਹੈ, ਕਿਸ ਤਰੀਕੇ ਦੇ ਨਾਲ ਸਚਿਆਰ ਹੋਇਆ ਜਾ ਸਕਦਾ ਹੈ, ਕਿਸ ਤਰੀਕੇ ਦੇ ਨਾਲ ਝੂਠ ਦੀ ਕੰਧ ਜਿਹੜੀ ਉਹ ਟੁੱਟ ਸਕਦੀ ਹੈ, ਸਾਡੇ ਤੇ ਪਰਮਾਤਮਾ ਦੇ ਜਿਹੜੇ ਦਰਮਿਆਨ ਖੜੀ ਹੈ। ਅਗਲੇ ਪਾਸੇ ਜਵਾਬ ਦਿੱਤਾ ਹੈ, ਹੁਕਮ ਰਜ਼ਾਈ ਚੱਲਣਾ। ਭਲਿਆ ਕੱਖ ਕਰਨ ਦੀ ਲੋੜ ਨਹੀਂ। ਜੋ ਕੁਝ ਸਮਾਜ ਦੇ ਲੋਕ ਕਰ ਰਹੇ ਨੇ ਨਾ, ਆਪਾਂ ਅੱਗੇ ਉਸ ਚੀਜ਼ ਦਾ ਜ਼ਿਕਰ ਕਰਾਂਗੇ। ਕੁਝ ਵੀ ਕਰਨ ਦੀ ਲੋੜ ਨਹੀਂ, ਸਿਰਫ ਹੁਕਮ ਦੇ ਵਿੱਚ ਰਹਿਣਾ ਸਿੱਖ ਲੈ। ਤੇ ਜੇ ਹੁਕਮ ਦੇ ਵਿੱਚ ਰਹਿਣਾ ਸਿੱਖ ਲਿਆ ਨਾ, ਫਿਰ ਜਿਤਨੇ ਵੀ ਕਰਮਕਾਂਡ ਸਮਾਜ ਦੇ ਲੋਕ ਅਪਣਾ ਰਹੇ ਨੇ, ਉਹ ਕੁਝ ਵੀ ਕਰਨ ਦੀ ਲੋੜ ਨਹੀਂ। ਕਿਹੜੇ ਕਰਮਕਾਂਡ ਨੇ? ਪਾਵਨ ਬਾਣੀ ਦਾ ਵਾਕ ਪੜੋ। ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ, ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ। ਹੁਣ ਥੋੜ੍ਹਾ ਜਿਹਾ ਧਿਆਨ ਨਾਲ ਇਹਨਾਂ ਨੂੰ ਵਿਚਾਰੀਏ। ਸਮਾਜ ਦੇ ਲੋਕ ਪਰਮਾਤਮਾ ਨੂੰ ਪਾਉਣ ਦੇ ਲਈ ਬਹੁਤ ਪ੍ਰਕਾਰ ਦੇ ਜਪ ਕਰਦੇ ਨੇ, ਬਹੁਤ ਪ੍ਰਕਾਰ ਦੇ ਤਪ ਕਰਦੇ ਨੇ। ਹਾਲਾਂਕਿ ਜਿਹੜਾ ਤਪ ਦਾ ਰੁਝਾਨ ਹੈ ਨਾ, ਥੋੜ੍ਹਾ ਜਿਹਾ ਘਟ ਚੁੱਕਿਆ ਹੈ, ਪਰ ਅੱਜ ਵੀ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਇਹ ਵੇਖਣ ਨੂੰ ਮਿਲਦਾ ਹੈ। ਤਪ ਦਾ ਅਰਥ ਹੁੰਦਾ ਆਪਣੇ ਆਪ ਨੂੰ ਤਪਾਉਣਾ, ਆਪਣੇ ਆਪ ਨੂੰ ਕਸ਼ਟ ਦੇਣਾ, ਆਪਣੇ ਆਪ ਨੂੰ ਤੰਗ ਕਰਨਾ। ਕਿਉਂਕਿ ਇੱਕ ਲੋਕਾਂ ਦੀ ਮੈਂਟੈਲਿਟੀ ਇਸ ਤਰੀਕੇ ਦੀ ਕ੍ਰੀਏਟ ਕੀਤੀ ਗਈ ਸੀਗੀ, ਜਿੰਨਾ ਆਪਣੇ ਆਪ ਨੂੰ ਜ਼ਿਆਦਾ ਤੰਗ ਕਰੋਗੇ ਉਨਾ ਜ਼ਿਆਦਾ ਰੱਬ ਤੁਹਾਡੇ 'ਤੇ ਖੁਸ਼ ਹੋਵੇਗਾ। ਪਰ ਜਦੋਂ ਪਾਵਨ ਬਾਣੀ ਨੂੰ ਪੜ੍ਹਦੇ ਹਾਂ ਤੇ ਪਾਵਨ ਬਾਣੀ ਨੇ ਇਸ ਚੀਜ਼ ਦਾ ਵਿਰੋਧ ਕੀਤਾ ਹੈ, ਇਸ ਚੀਜ਼ ਦਾ ਖੰਡਨ ਕੀਤਾ। ਮੈਂ ਇੱਕ ਛੋਟੀ ਜਿਹੀ ਬੇਨਤੀ ਕਰਾਂ, ਕਿਉਂ ਸ਼ੁਰੂ ਤੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਸਮਝਦਿਆਂ ਹਾਕਮਾਂ ਔਰ ਪੁਜਾਰੀਆਂ ਨੂੰ ਠੀਕ ਨਹੀਂ ਸੀ ਲੱਗਦੀ? ਸੋਚਣ ਦੀ ਗੱਲ ਹੈ। ਕਿਉਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਾਣੀ ਦਾ ਵਿਰੋਧ ਹੁੰਦਾ ਰਿਹਾ? ਕਿਉਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦਾ ਵਿਰੋਧ ਹੁੰਦਾ ਰਿਹਾ? ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਥੋੜ੍ਹੇ ਦਿਨ ਪਹਿਲਾਂ ਆਪਾਂ ਮਨਾ ਕੇ ਹਟੇ ਹਾਂ। ਕਿ ਤੁਹਾਡੇ ਜੋ ਜਾਣਦੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਸਭ ਤੋਂ ਮੇਨ ਕਾਰਨ ਕੀ ਸੀਗਾ? ਬਹੁਤ ਸਾਰੇ ਕਾਰਨ ਸਾਡੇ ਸਾਹਮਣੇ ਬਣਾ ਕੇ ਪੇਸ਼ ਕੀਤੇ ਗਏ। ਚਬਾਰੇ ਦੀ ਇੱਟ ਜਿਹੜੀ ਮੋਰੀ ਨੂੰ ਲਾਉਣੀ, ਇਸ ਤਰੀਕੇ ਦੇ ਬਹੁਤ ਸਾਰੇ ਕਾਰਨ ਸੀਗੇ, ਪਰ ਸਭ ਤੋਂ ਮੇਨ ਕਾਰਨ ਇਹ ਸੀਗਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਪਾਦਨਾ। ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਗੁਰਬਾਣੀ ਹੈ, ਉਹ ਸਾਨੂੰ ਸਮੇਂ ਦੇ ਹਾਕਮ ਦੇ ਜ਼ੁਲਮ ਦੇ ਖਿਲਾਫ ਆਵਾਜ਼ ਚੱਕਣੀ ਸਿਖਾਉਂਦੀ ਸੀ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਸਾਨੂੰ ਲੋਕਾਂ ਨਾਲੋਂ ਤੋੜ ਕੇ ਇੱਕ ਅਕਾਲ ਪੁਰਖ ਨਾਲ ਜੋੜਦੀ ਸੀ। ਤਾਂ ਹੀ ਇਹੀ ਵਿਚਾਰ ਉਹਨਾਂ ਨੂੰ ਚੰਗੀ ਨਹੀਂ ਲੱਗੀ। ਇਸੇ ਵਿਚਾਰ ਦਾ ਕਰਕੇ ਉਹਨਾਂ ਹਾਕਮਾਂ ਨੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕਰਨ ਤੱਕ ਆਪਣਾ ਜਿਹੜਾ ਜ਼ੋਰ ਲਾਇਆ, ਤੇ ਉਹਨਾਂ ਨੇ ਸ਼ਹੀਦ ਵੀ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਵਿੱਚ ਸਮਝਾਇਆ, ਕਹਿਣ ਲੱਗੇ, ਕਿਆ ਜਪ ਕਿਆ ਤਪ ਉਹ ਕਿਆ ਬ੍ਰਤ ਪੂਜਾ। ਬੜੇ ਸਮਾਜ ਦੇ ਲੋਕ ਨੇ ਅੱਜ ਵੀ ਰੱਬ ਨੂੰ ਖੁਸ਼ ਕਰਨ ਦੇ ਲਈ ਅੰਨ ਦਾ ਤਿਆਗ ਕਰਦੇ ਨੇ, ਉਹ ਵਰਤ ਰੱਖਦੇ ਨੇ, ਪੂਜਾ ਕੀਤੀ ਜਾਂਦੀ ਹੈ। ਪਰ ਜਿਹੜਾ ਵੀ ਭਗਤ ਕਬੀਰ ਸਾਹਿਬ ਕਹਿੰਦੇ, ਭਲਿਓ ਜੇ ਦਿਲ ਦੇ ਵਿੱਚ ਸੱਚਾਈ ਨਹੀਂ ਨਾ, ਜੇ ਦਿਲ ਦੇ ਵਿੱਚ ਇਮਾਨਦਾਰੀ ਨਹੀਂ ਨਾ, ਜੇ ਕਿਸੇ ਦੂਜੇ ਦੇ ਕਾਰੋਬਾਰ ਨੂੰ ਵੇਖ ਕੇ ਸੜਦਾ ਹੈ ਨਾ, ਫਿਰ ਇਹਨਾਂ ਚੀਜ਼ਾਂ ਦਾ ਕੀਤਿਆਂ ਦਾ ਕੋਈ ਲਾਭ ਨਹੀਂ। ਜਾਂ ਕੇ ਹਿਰਦੈ ਭਾਉ ਹੈ ਦੂਜਾ, ਜਿਹਦੇ ਮਨ ਦੇ ਵਿੱਚ ਪਰਮਾਤਮਾ ਨੂੰ ਛੱਡ ਕੇ ਦੂਜੇ ਦੇ ਨਾਲ ਪਿਆਰ ਹੈ। ਰੇ ਜਨ ਮਨ ਮਾਧੋ ਸਿਉ ਲਾਈਐ। ਹੇ ਭਲਿਆ, ਆਪਣੇ ਆਪ ਨੂੰ ਮਾਧੋ ਨਾਲ ਲਾ ਲੈ, ਆਪਣੇ ਆਪ ਨੂੰ ਪਰਮਾਤਮਾ ਦੇ ਲੜ ਲਾ ਲੈ। ਚਤੁਰਾਈ ਨਾ ਚਤੁਰਭੁਜ ਪਾਈਐ। ਚਤੁਰਾਈਆਂ ਦੇ ਨਾਲ ਪਰਮਾਤਮਾ ਨਹੀਂ ਮਿਲਦਾ। ਇੱਕ ਵਾਕ ਹੋਰ ਸਾਂਝਾ ਕਰਾਂ, ਅੰਤਰ ਮਲ ਅੰਤਰ ਮੈਲ ਜੇ ਤੀਰਥ ਨਾਵੈ ਤਿਸ ਬੈਕੁੰਠ ਨਾ ਜਾਣਾ। ਥੋੜ੍ਹਾ ਜਿਹਾ ਧਿਆਨ ਨਾਲ ਪੜ੍ਹਿਓ, ਥੋੜ੍ਹਾ ਜਿਹਾ ਧਿਆਨ ਨਾਲ। ਪਾਵਨ ਬਾਣੀ ਦਾ ਵਾਕ ਹੈ, ਜੇ ਅੰਦਰ ਮੈਲ ਹੈ, ਉਹ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਦਾ ਹੈ, ਤਿਸ ਬੈਕੁੰਠ ਨਾ ਜਾਣਾ। ਉਸ ਤਰੀਕੇ ਦੇ ਨਾਲ ਬੈਕੁੰਠ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ। ਹੁਣ ਇਹਦੇ ਨਾਲ ਹੋਵੇਗਾ ਕੀ? ਕਹਿਣ ਲੱਗੇ, ਲੋਕ ਪਤੀਣੇ ਕਛੂ ਨਾ ਹੋਵੇ।
ਬਹੁਤਾਂਤ ਸਮਾਜ ਦੇ ਲੋਕਾਂ ਦੀ ਗਿਣਤੀ ਇੱਦਾਂ ਦੀ ਹੈ ਜਿਹੜੀ ਸਿਰਫ ਲੋਕਾਂ ਨੂੰ ਦਿਖਾਉਣ ਦੇ ਲਈ ਹੀ ਚੰਗੇ ਕੰਮ ਕਰਦੀ ਹੈ। ਬਹੁਤਾਂਤ ਗਿਣਤੀ ਇੱਦਾਂ ਦੀ ਹੈ, ਚਾਹੇ ਮੰਨੀਏ ਚਾਹੇ ਨਾ ਮੰਨੀਏ, ਪਰ ਹਕੀਕਤ ਇਹ ਹੈ ਲੋਕ ਪਤੀਣੇ ਕਛੂ ਨਾ ਹੋਵੇ। ਅਗਲੀ ਗੱਲ ਧਿਆਨ ਨਾਲ ਪੜਿਓ, ਨਾ ਹੀ ਰਾਮ ਇਆਣਾ ਭਲਿਓ ਰਾਮ ਨਿਆਣਾ ਥੋੜ੍ਹੀ ਹੈ। ਪ੍ਰਮਾਤਮਾ ਬੱਚਾ ਨਹੀਂ ਹੈ ਜਿਹਨੂੰ ਤੁਸੀਂ ਫਾਲਤੂ ਦੇ ਕਰਮਕਾਂਡ ਕਰਕੇ ਤੇ ਰਝਾ ਲੋਗੇ, ਆਖੋਗੇ ਬਸ ਪ੍ਰਮਾਤਮਾ ਰਿਝ ਗਿਆ। ਨਹੀਂ ਇੱਦਾਂ ਹੋਣਾ। ਪ੍ਰਮਾਤਮਾ ਨੂੰ ਰਿਝਾਉਣ ਦੇ ਲਈ ਅੰਦਰ ਪ੍ਰਮਾਤਮਾ ਦੇ ਗੁਣਾਂ ਨੂੰ ਥਾਂ ਦੇਣਾ ਪੈਣਾ ਹੈ। ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ ਜਾਂ ਕੇ ਹਿਰਦੈ। ਮੈਂ ਬੇਨਤੀ ਕਰਾਂ, ਜੇ ਤੁਹਾਡੇ ਚੋਂ ਕਿਸੇ ਨੂੰ ਇਹ ਪੰਕਤੀਆਂ ਯਾਦ ਨੇ, ਪਿੱਛੇ ਪਿੱਛੇ ਬੋਲਿਆ ਕਰੋ, ਪਿੱਛੇ ਪਿੱਛੇ ਦੁਹਰਾਇਆ ਕਰੋ। ਇਹਦੇ ਨਾਲ ਕੀ ਹੋਵੇਗਾ, ਇੱਕ ਤਾਂ ਸਾਡੀ ਜਿਹੜੀ ਬਿਰਤੀ ਲੱਗੇਗੀ, ਦੂਜਾ ਸਾਨੂੰ ਗੁਰਬਾਣੀ ਦੀਆਂ ਪੰਕਤੀਆਂ ਯਾਦ ਹੋ ਜਾਣਗੀਆਂ। ਜਾਂ ਕੇ ਹਿਰਦੈ ਭਾਉ ਹੈ ਦੂਜਾ ਰੇ ਜਨ ਮਨ ਮਾਧੋ ਸਿਉ ਲਾਈਐ ਚਤੁਰਾਈ ਨਾ ਚਤੁਰਭੁਜ ਪਾਈਐ ਪਰ ਹਰ ਲੋਭ। ਹੁਣ ਕੀ ਕਰਨਾ ਹੈ, ਕਿਸ ਤਰੀਕੇ ਨਾਲ ਪ੍ਰਮਾਤਮਾ ਨੇ ਮਿਲਣਾ ਹੈ? ਕਹਿਣ ਲੱਗੇ ਲੋਭ ਨੂੰ ਛੱਡ ਦੇ। ਪਰ ਹਰ ਦਾ ਅਰਥ ਹੈ ਛੱਡ ਦੇ। ਲੋਭ ਅਰ ਲੋਕਾਚਾਰ, ਫਿਰ ਗੱਲ ਉਹੀ ਆ ਗਈ ਲੋਕ ਵਿਖਾਵੇ ਵਾਲੀ। ਜਿਹੜਾ ਕੰਮ ਲੋਕਾਂ ਨੂੰ ਵਿਖਾਉਣ ਦੇ ਲਈ ਕਰਦਾ ਹੈ ਨਾ, ਉਹ ਬਿਰਤੀ ਅੰਦਰੋਂ ਕੱਢ ਦੇ। ਪਰ ਹਰ ਲੋਭ ਅਰ ਲੋਕਾਚਾਰ ਪਰ ਹਰ ਕਾਮ ਕ੍ਰੋਧ ਲੋਭ ਅਹੰਕਾਰ। ਆਪਣੇ ਜੀਵਨ ਦੇ ਵਿੱਚੋਂ ਹੰਕਾਰ ਨੂੰ ਕੱਢ ਦੇ, ਕਾਮ ਕ੍ਰੋਧ ਨੂੰ ਕੱਢ ਦੇ, ਭਲਿਆ ਪ੍ਰਮਾਤਮਾ ਦੀਆਂ ਨਜ਼ਰਾਂ ਦੇ ਵਿੱਚ ਸਵੱਲਾ ਹੋ ਜਾਵੇਗਾ। ਉਹ ਸਤਿਗੁਰੂ ਸਾਹਿਬਾਨਾਂ ਨੇ ਥਾਂ ਪੁਰ ਥਾਂ ਵਾਕ ਸਾਡੇ ਸਾਹਮਣੇ ਰੱਖ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਪਰ ਅੱਜ ਸਮਾਜ ਦੇ ਸਾਡੇ ਹਾਲਾਤ ਇੱਦਾਂ ਦੇ ਬਣ ਗਏ ਵੀ ਅਸੀਂ ਗੁਰਬਾਣੀ ਨੂੰ ਧਿਆਨ ਦੇ ਨਾਲ ਵਾਚਣਾ, ਧਿਆਨ ਦੇ ਨਾਲ ਵਿਚਾਰਨਾ ਛੱਡ ਚੁੱਕੇ ਹਾਂ। ਕਿਉਂਕਿ ਅੱਜ ਜਦੋਂ ਸਟੇਜਾਂ 'ਤੇ ਚੜ੍ਹ ਕੇ ਪ੍ਰਚਾਰ ਕੀਤਾ ਜਾਂਦਾ ਹੈ, ਭਾਈ ਸਾਡੇ ਅੰਦਰ ਊਣਤਾਈਆਂ ਆ ਚੁੱਕੀਆਂ ਹਨ। ਇਹਦਾ ਇੱਕੋ ਇੱਕ ਰੀਜ਼ਨ ਹੈ ਵੀ ਅਸੀਂ ਗੁਰਬਾਣੀ ਨੂੰ ਧਿਆਨ ਦੇ ਨਾਲ ਵਿਚਾਰਨਾ ਛੱਡ ਚੁੱਕੇ ਹਾਂ। ਉਹ ਗੁਰਬਾਣੀ ਨੇ ਹਰ ਪ੍ਰਕਾਰ ਦੇ ਵਹਿਮ ਭਰਮ ਨੂੰ ਸਾਡੇ ਅੰਦਰੋਂ ਕੱਢਿਆ ਏ। ਜਦੋਂ ਇੱਕ ਗੁਰਬਾਣੀ ਨੂੰ ਧਿਆਨ ਦੇ ਨਾਲ ਵਿਚਾਰ ਲਾਂਗੇ ਨਾ, ਫਿਰ ਸਾਨੂੰ ਥਾਂ ਥਾਂ 'ਤੇ ਜਿਹੜੇ ਧੱਕੇ ਖਾਣ ਦੀ ਕੋਈ ਲੋੜ ਨਹੀਂ ਪੈਣੀ। ਸਤਿਗੁਰੂ ਸਾਹਿਬਾਨਾਂ ਨੇ ਬੜੇ ਪਿਆਰੇ ਸਾਡੇ ਸਾਹਮਣੇ ਵਾਕ ਰੱਖੇ ਨੇ ਵੀ ਸਾਡੇ ਸਾਹਮਣੇ ਵਾਕ ਆਉਂਦਾ ਹੈ ਭਗਤ ਧੰਨਾ ਜੀ ਦਾ, ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈ ਵੀ ਉਹ ਰੱਬ ਦਾ ਬਿਰਧ ਇਹੋ ਜਿਹਾ ਹੈ ਨਾ, ਮਾੜੇ ਤੋਂ ਮਾੜੇ ਥਾਂ ਦੇ ਵਿੱਚ ਵੀ ਉਹ ਇਨਸਾਨ ਦੀ ਜਿਹੜੀ ਹੈ ਪਾਲਣਾ ਕਰਦਾ ਹੈ। ਸਾਡੇ ਸਾਹਮਣੇ ਵਾਕ ਨੇ, ਕਹਿਣ ਲੱਗੇ ਰੇ ਚਿੱਤ ਚੇਤਸ ਕੀ ਨਾ ਦਿਆਲ ਦਮੋਦਰ ਬਿਬੇ ਨਾ ਜਾਣਸ ਕੋਈ। ਹੇ ਮੇਰੇ ਚਿੱਤ, ਉਹ ਦਿਆਲ ਦਮੋਦਰ ਨੂੰ ਚੇਤੇ ਕਿਉਂ ਨਹੀਂ ਕਰਦਾ? ਉਸ ਦਿਆਲ ਅਕਾਲ ਪੁਰਖ ਵਾਹਿਗੁਰੂ ਨੂੰ ਕਿਉਂ ਨਹੀਂ ਚਿੱਤ ਦੇ ਵਿੱਚ ਵਸਾਉਂਦਾ? ਬਿਬੇ ਨਾ ਜਾਣਸ ਕੋਈ, ਉਹਦੇ ਥਾਂ 'ਤੇ ਦੂਜੇ ਹੋਰ ਨੂੰ ਕਿਸੇ ਨੂੰ ਨਾ ਕੰਪੇਅਰ ਕਰ, ਕਿਉਂਕਿ ਉਹਦੇ ਵਰਗਾ ਹੋਰ ਕੋਈ ਨਹੀਂ। ਜੇ ਧਾਵੇਂ ਬ੍ਰਹਮੰਡ ਖੰਡ ਕਉ ਕਰਤਾ ਕਰੇ ਸੋ ਹੋਈ। ਹੋਣਾ ਉਹ ਹੈ ਜੋ ਉਸ ਕਰਤੇ ਨੇ ਰਚਿਆ ਏ, ਜੋ ਉਸ ਕਰਤੇ ਨੇ ਚਾਹਿਆ ਏ। ਚਾਹੇ ਖੰਡਾਂ ਬ੍ਰਹਮੰਡਾਂ ਦੇ ਵਿੱਚ ਦੌੜ ਲੈ, ਉਹਦੀ ਕੀਤੀ ਹੋਈ ਨੂੰ ਕੋਈ ਦੂਜਾ ਬੰਦਾ ਜਿਹੜਾ ਹੈ ਉਹ ਬਦਲਣ ਦੀ ਸਮਰੱਥਾ ਨਹੀਂ ਰੱਖਦਾ। ਰੇ ਚਿੱਤ ਚੇਤਸ ਕੀ ਨਾ ਦਿਆਲ ਦਮੋਦਰ ਬਿਬੇ ਨਾ ਜਾਣਸ ਕੋਈ। ਜੇ ਧਾਵੇਂ ਬ੍ਰਹਮੰਡ ਖੰਡ ਕਉ ਕਰਤਾ ਕਰੇ ਸੋ ਹੋਈ। ਰਹਾਓ ਜਨਨੀ ਕੇਰੇ ਉਦਰ ਉਦਕ ਮਹਿ। ਥੋੜ੍ਹਾ ਜਿਹਾ ਧਿਆਨ ਦੇ ਨਾਲ ਐਗਜ਼ੈਂਪਲਾਂ ਨੂੰ ਸਮਝੀਏ। ਭਗਤ ਧੰਨਾ ਜੀ ਕਹਿੰਦੇ ਨੇ ਜਨਨੀ ਕੇਰੇ ਉਦਰ ਉਦਕ ਮਹਿ। ਜਿਹੜਾ ਪਾਣੀ ਹੈ, ਪਾਣੀ ਸਾਡੀ ਮੌਤ ਦਾ ਕਾਰਨ ਉਸ ਵੇਲੇ ਬਣ ਜਾਂਦਾ ਹੈ ਜਦੋਂ ਅਸੀਂ ਇਹਦੇ ਵਿੱਚ ਆਪਣੇ ਆਪ ਨੂੰ ਡੁਬੋ ਦਿੰਦੇ ਹਾਂ। ਪਾਣੀ ਜਦੋਂ ਬੰਦਾ ਇਹਦੇ ਵਿੱਚ ਡੁੱਬ ਜਾਂਦਾ ਹੈ, ਪਾਣੀ ਵਿੱਚ ਸਾਹ ਨਹੀਂ ਲੈ ਸਕਦਾ, ਬੰਦੇ ਦੀ ਮੌਤ ਦਾ ਕਾਰਨ ਬਣ ਜਾਂਦਾ ਹੈ ਪਾਣੀ। ਪਰ ਥੋੜ੍ਹਾ ਜਿਹਾ ਧਿਆਨ ਨਾਲ ਵੇਖੋ, ਜਦੋਂ ਬੱਚਾ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਹੈ, ਉਹ ਪਾਣੀ ਬੱਚੇ ਦੀ ਜ਼ਿੰਦਗੀ ਹੁੰਦਾ ਹੈ। ਯਾਰ ਇਹੋ ਜਿਹਾ ਪ੍ਰਮਾਤਮਾ ਦਾ ਕਾਨੂੰਨ ਹੈ, ਇਹੋ ਜਿਹਾ ਨਿਯਮ ਹੈ ਪ੍ਰਮਾਤਮਾ ਦਾ ਕਿ ਉਹੀ ਪਾਣੀ ਜ਼ਿੰਦਗੀ ਹੁੰਦਾ ਹੈ। ਜਦੋਂ ਬੱਚਾ ਮਾਤਾ ਦੇ ਗਰਭ 'ਚੋਂ ਬਾਹਰ ਆ ਜਾਂਦਾ, ਫਿਰ 5-7 ਮਿੰਟ ਪਾਣੀ ਵਿੱਚ ਰਹਿ ਕੇ ਸਾਹ ਲੈ ਕੇ ਵੇਖੋ, ਉਹੀ ਪਾਣੀ ਫਿਰ ਮੌਤ ਦਾ ਕਾਰਨ ਬਣ ਜਾਂਦਾ ਹੈ। ਜਨਨੀ ਕੇਰੇ ਉਦਰ ਉਦਕ ਮਹਿ ਪਿੰਡ ਕੀਆ ਦਸ ਦੁਆਰਾ ਦੇ ਆਹਾਰ ਅਗਨ ਮਹਿ ਰਾਖੇ ਐਸਾ ਖਸਮ ਹਮਾਰਾ।
ਇਹੋ ਜਿਹਾ ਖਸਮ ਸਾਡਾ ਅੱਗ ਦੇ ਵਿੱਚ ਸਾਨੂੰ, ਹਾਲਾਂਕਿ ਰੋਟੀ ਖਾਣ ਵਾਸਤੇ, ਢਿੱਡ ਭਰਨ ਵਾਸਤੇ ਮੂੰਹ ਦੇ ਨਾਲ ਅੰਨ ਗ੍ਰਹਿਣ ਕਰਨ ਦੀ ਲੋੜ ਹੈ, ਪਰ ਉੱਥੇ ਮੂੰਹ ਦੇ ਨਾਲ ਅੰਨ ਨਹੀਂ ਗ੍ਰਹਿਣ ਕਰਦਾ ਬੱਚਾ। ਕਿਹੋ ਜਿਹਾ ਬਿਰਦ ਹੈ ਪਰਮਾਤਮਾ ਦਾ, ਐਸਾ ਖਸਮ ਹਮਾਰਾ। ਅਗਲੀ ਐਗਜ਼ਾਮਪਲ ਧਿਆਨ ਨਾਲ ਵੇਖਿਓ, ਕਹਿਣ ਲੱਗੇ ਕੁੰਮੀ ਜਲਮੈ ਤਨ ਤਿਸ ਬਾਹਰ। ਜਿਹੜਾ ਕੱਛੂ ਕੁੰਮਾ ਹੁੰਦਾ ਹੈ ਨਾ, ਫੀਮੇਲ ਜਿਹੜੀ ਹੁੰਦੀ ਹੈ, ਜਿਹੜੇ ਸਮੁੰਦਰ ਦੇ ਵਿੱਚ ਰਹਿੰਦੇ ਨੇ, ਆਂਡੇ ਦੇਣ ਵਾਸਤੇ ਸਮੁੰਦਰ ਤੋਂ ਬਾਹਰ ਆਉਂਦੇ ਨੇ, ਰੇਤ ਵਿੱਚ ਆ ਕੇ ਆਂਡੇ ਦਿੰਦੇ ਨੇ, ਔਰ ਰੇਤ ਵਿੱਚ ਆਂਡੇ ਦੇ ਕੇ ਮਾਂ ਆਪ ਸਮੁੰਦਰ ਵਿੱਚ ਚਲੀ ਜਾਂਦੀ ਹੈ। ਔਰ ਐਗਜ਼ਾਮਪਲ ਸਾਡੇ ਸਾਹਮਣੇ ਦਿੱਤੀ, ਕਹਿਣ ਲੱਗੇ ਕੱਛੂ ਕੁੰਮੀ ਆਪ ਪਾਣੀ ਦੇ ਵਿੱਚ ਹੈ, ਪਰ ਉਹਦੇ ਸਰੀਰ ਦੇ ਟੁਕੜੇ ਜਿਹੜੇ ਪਾਣੀ ਤੋਂ ਬਾਹਰ ਨੇ। ਹੁਣ ਕੱਛੂ ਕੁੰਮੀ ਦੇ ਕੋਲ ਨਾ ਤੇ ਖੰਭ ਨੇ ਵੀ ਉੱਡ ਕੇ ਆਪਣੇ ਬੱਚਿਆਂ ਨੂੰ ਰੋਟੀ ਪਾਣੀ ਖਵਾਵੇ, ਉਹਨਾਂ ਦੇ ਜਿਹੜੇ ਭੋਜਨ ਦਾ ਪ੍ਰਬੰਧ ਕਰੇ, ਔਰ ਨਾ ਉਹਦੇ ਕੋਲ ਦੁੱਧ ਹੈ ਵੀ ਜਾ ਕੇ ਆਪਣੇ ਬੱਚਿਆਂ ਨੂੰ ਦੁੱਧ ਪਿਆਵੇ। ਕਹਿਣ ਲੱਗੇ ਕੁੰਮੀ ਜਲਮੈ ਤਨ ਤਿਸ ਬਾਹਰ, ਪੰਖ ਖੀਰ ਤਿਸ ਨਾਹੀ। ਨਾ ਤੇ ਉਹਦੇ ਕੋਲ ਖੰਭ ਨੇ, ਨਾ ਉਹਦੇ ਕੋਲ ਦੁੱਧ ਹੈ, ਪਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਬਿਰਦ ਵੇਖੋ, ਉਸ ਪਰਮਾਤਮਾ ਦੀ ਵਡਿਆਈ ਵੇਖੋ ਕਿ ਬੱਚੇ ਮਾਂ ਤੋਂ ਦੂਰ ਨੇ, ਪਰ ਉੱਥੇ ਬੱਚਿਆਂ ਦੀ ਪਾਲਣਾ ਪਰਮਾਤਮਾ ਆਪਣੇ ਤਰੀਕੇ ਦੇ ਨਾਲ ਕਰ ਰਿਹਾ ਹੈ। ਆਪਾਂ ਸਾਰੇ ਜਾਣਦੇ ਹੋਵਾਂਗੇ, ਆਲਮੋਸਟ ਐਜੂਕੇਟਡ ਲੋਕ ਆਪਾਂ ਇੱਥੇ ਬੈਠੇ ਹਾਂ, ਕਿਉਂਕਿ ਪਰਮਾਤਮਾ ਦੀ ਕ੍ਰੀਏਸ਼ਨ ਇੱਦਾਂ ਦੀ ਹੈ ਕਿ ਉਹਨੇ ਆਂਡੇ ਦੇ ਵਿੱਚ ਹੀ ਉਹਦਾ ਖਾਣ ਦਾ ਰਿਜ਼ਕ ਭਰਿਆ ਹੁੰਦਾ ਹੈ, ਆਂਡੇ ਦੇ ਵਿੱਚ ਹੀ ਆਕਸੀਜਨ ਭਰੀ ਹੁੰਦੀ ਹੈ, ਸਭ ਕੁਝ ਉਹਦੇ ਵਿੱਚ ਭਰਿਆ ਹੁੰਦਾ ਹੈ। ਅਤੇ ਜਦੋਂ ਐਸੇ ਰੱਬ ਨੂੰ ਛੱਡ ਕੇ, ਜਦੋਂ ਐਸੇ ਪਰਮਾਤਮਾ ਨੂੰ ਛੱਡ ਕੇ ਕਿਸੇ ਇਨਸਾਨ ਨੂੰ ਰੱਬ ਬਣਾ ਕੇ ਬੈਠਾਂਗੇ, ਸਾਨੂੰ ਸਿਆਣਾ ਕੌਣ ਆਖੂਗਾ। ਖੈਰ, ਸਤਿਗੁਰੂ ਸਾਹਿਬਾਨਾਂ ਨੇ ਇਸ ਤਰੀਕੇ ਦੇ ਨਾਲ ਗੁਰਬਾਣੀ ਵਿੱਚ ਸਮਝਾਇਆ। ਕਹਿਣ ਲੱਗੇ ਭਲਿਆ ਆਪਣੇ ਆਪ ਦੇ ਵਿੱਚ ਸਿਆਣਾ ਨਾ ਬਣ। ਆਪਣੇ ਆਪ ਦੇ ਵਿੱਚ ਸਿਆਣਾ ਬਣੇਗਾ, ਹਰ ਥਾਂ ਤੋਂ ਠੋਕਰਾਂ ਖਾਵੇਂਗਾ, ਹਰ ਥਾਂ ਤੋਂ ਤੈਨੂੰ ਜਿਹੜਾ ਹੈ ਉਹ ਨਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ ਜਦੋਂ ਆਪਣੇ ਆਪ ਦੇ ਵਿੱਚ ਸਿਆਣਾ ਬਣੇਗਾ। ਔਰ ਜਦੋਂ ਤੂੰ ਗੁਰੂ ਦੀ ਮੱਤ ਲੈ ਕੇ ਸਿਆਣਾ ਬਣੇਗਾ ਨਾ, ਸਮਾਜ ਦੇ ਵਿੱਚ ਮਾਣ ਵਧੇਗਾ, ਸਮਾਜ ਦੇ ਵਿੱਚ ਮਾਣ ਵਧੇਗਾ। ਅਤੇ ਜਦੋਂ ਸਮਾਜ ਵਿੱਚ ਮਾਣ ਵਧੇਗਾ, ਉਦੋਂ ਤੇਰੇ ਜੀਵਨ ਦੇ ਵਿੱਚ ਨਿਮਰਤਾ ਆਵੇਗੀ। ਉਹ ਨਿਮਰਤਾ ਲੈਣ ਦੇ ਲਈ ਗੁਰੂ ਦੇ ਕੋਲ ਜਾਣ ਦੀ ਲੋੜ ਹੈ। ਸਤਿਗੁਰੂ ਸਾਹਿਬਾਨਾਂ ਨੇ ਇੱਕ ਵਾਕ ਦੀ ਹੋਰ ਸਾਂਝ ਪਾ ਕੇ ਫਿਰ ਮੈਂ ਖਿਮਾ ਦਾ ਜੱਜ ਹੋਵਾਂਗਾ। ਸਤਿਗੁਰੂ ਸਾਹਿਬਾਨਾਂ ਨੇ ਬੜੇ ਪਿਆਰੇ ਤਰੀਕੇ ਦੇ ਨਾਲ ਸਾਡੇ ਸਾਹਮਣੇ ਵਾਕ ਰੱਖੇ ਨੇ। ਕਹਿਣ ਲੱਗੇ ਕਾਮ ਕ੍ਰੋਧ ਤ੍ਰਿਸ਼ਨਾ ਕੇ ਲੀਨੇ, ਗਤ ਨਹੀਂ ਏਕੇ ਜਾਨੀ। ਅਸਲ ਦੇ ਵਿੱਚ ਕੀ ਕਾਰਨ ਹੈ ਕਿ ਇਹ ਜੀਵ ਪਰਮਾਤਮਾ ਦੇ ਲਾਗੇ ਨਹੀਂ ਆ ਰਿਹਾ? ਕੀ ਕਾਰਨ ਹੈ ਕਿ ਇਹ ਆਪਣੇ ਜੀਵਨ ਦੇ ਵਿੱਚੋਂ ਅਲਾਮਤਾਂ ਦੂਰ ਨਹੀਂ ਕਰ ਰਿਹਾ? ਕਹਿਣ ਲੱਗੇ ਇਹਦਾ ਕਾਰਨ ਇਹ ਹੈ ਕਿ ਇਹ ਠੱਗਿਆ ਜਾ ਚੁੱਕਿਆ ਹੈ। ਠੱਗਿਆ ਕਿਹਦੇ ਕੋਲ ਜਾ ਚੁੱਕਿਆ? ਕਹਿਣ ਲੱਗੇ ਕਾਮ ਅਤੇ ਕ੍ਰੋਧ ਨੇ ਇਸ ਇਨਸਾਨ ਦੇ ਅੰਦਰ ਨੂੰ ਠੱਗ ਲਿਆ ਹੈ। ਕਾਮ ਕ੍ਰੋਧ ਤ੍ਰਿਸ਼ਨਾ ਕੇ ਲੀਨੇ, ਗਤ ਨਹੀਂ ਏਕੇ ਜਾਨੀ। ਫੂਟੀ ਅੱਖ ਹੈ ਕਛੂ ਨਾ ਸੂਝੇ, ਬੂੜ ਮੋਏ ਬਿਨ ਪਾਣੀ। ਪਾਣੀ ਤੋਂ ਬਿਨਾਂ ਹੀ ਡੁੱਬ ਕੇ ਮਰਿਆ ਪਿਆ ਏ, ਅਤੇ ਫੁੱਟੀ ਅੱਖ ਦੇ ਨਾਲ ਕਿਸੇ ਨੂੰ ਵੇਖਣਾ ਨਹੀਂ ਚਾਹੁੰਦਾ। ਜਦੋਂ ਅੰਦਰ ਹੰਕਾਰ ਆ ਜਾਵੇ ਨਾ, ਜਦੋਂ ਬੰਦੇ ਦੇ ਕੋਲ ਚਾਰ ਛਿੱਲੜ ਆ ਜਾਣ ਜਾਂ ਥੋੜ੍ਹਾ ਜਿਹਾ ਕੰਮ ਸੈੱਟ ਹੋ ਜਾਏ ਬੰਦੇ ਦਾ, ਫਿਰ ਕਹਿਣ ਲੱਗੇ ਇਹ ਬੰਦਾ ਕਿਸੇ ਦੂਜੇ ਨੂੰ ਵੇਖ ਕੇ ਰਾਜੀ ਨਹੀਂ ਆ। ਰਹਾਉ ਵਾਲਾ ਬੰਦ ਬੜਾ ਪਿਆਰਾ ਹੈ। ਰਹਾਉ ਵਾਲੇ ਬੰਦ ਨੂੰ ਧਿਆਨ ਨਾਲ ਵੇਖਿਓ। ਕਹਿਣ ਲੱਗੇ ਚਲਤ ਕੱਤ ਟੇਢੇ ਟੇਢੇ ਟੇਢੇ। ਉਹ ਭਲਿਆ ਕਿਉਂ ਟੇਢਾ ਟੇਢਾ ਤੁਰਦਾ ਹੈ? ਕਿਉਂਕਿ ਸਮਾਜ ਵੱਲ ਆਮ ਹੀ ਸਾਨੂੰ ਦੇਖਣ ਨੂੰ ਮਿਲ ਜਾਂਦਾ ਹੈ। ਦੇਖਿਓ, ਇੱਕ ਹੰਕਾਰੀ ਬੰਦੇ ਦੀ ਤੋਰ ਵੇਖਿਓ ਅਤੇ ਇੱਕ ਨਿਮਰਤਾ ਵਾਲੇ ਬੰਦੇ ਦੀ ਤੋਰ ਵੇਖਿਓ। ਤੋਰ ਦੇ ਵਿੱਚ ਹੀ ਡਿਫਰੈਂਸ ਹੋਵੇਗਾ, ਜ਼ਮੀਨ ਅਸਮਾਨ ਦਾ। ਭਗਤ ਸਾਹਿਬ ਕਹਿੰਦੇ ਨੇ ਚਲਤ ਕੱਤ ਟੇਢੇ ਟੇਢੇ ਟੇਢੇ, ਅਸਤ ਚਰਮ ਬਿਸ਼ਟਾ ਕੇ ਮੂੰਹਦੇ। ਮਾਣ ਕਰਨ ਵਾਲੀ ਕਿਹੜੀ ਗੱਲ ਹੈ ਯਾਰ? ਹੱਡੀਆਂ ਦਾ ਢਾਂਚਾ ਹੈ ਤੂੰ। ਅਸਤ ਹੱਡੀਆਂ, ਚਰਮ ਚੰਮ, ਬਿਸ਼ਟਾ ਭਾਵ ਗੰਦਗੀ, ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਤੇ ਤੂੰ ਭਰਿਆ ਪਿਆ ਹੈ। ਅਸਤ ਚਰਮ ਬਿਸ਼ਟਾ ਕੇ ਮੁੰਡੇ, ਦੁਰਗੰਧ ਹੀ ਕੇ ਬੇਡੇ। ਉਹ ਦੁਰਗੰਧ ਤੇਰੇ ਸਰੀਰ ਦੇ ਵਿੱਚ ਭਰੀ ਪਈ ਏ। ਸਵਾਸ ਉੱਡ ਜਾਣ ਨਾ, 5 ਮਿੰਟ ਕੋਈ ਤੇਰੇ ਲਾਗੇ ਖਲੋਣ ਨੂੰ ਤਿਆਰ ਨਹੀਂ ਹੋਵੇਗਾ। ਹੰਕਾਰ ਦੇ ਵਿੱਚ ਟੇਢਾ ਤੁਰਿਆ ਫਿਰਦਾ ਤੂੰ। ਇੰਨੇ ਪਿਆਰੇ ਸ਼ਬਦਾਂ ਦੇ ਨਾਲ ਸਾਨੂੰ ਗੁਰਬਾਣੀ ਨੇ ਸਮਝਾਇਆ ਹੈ। ਜੇ ਫਿਰ ਵੀ ਅਸੀਂ ਗੁਰਬਾਣੀ ਨੂੰ ਜੀਵਨ ਵਿੱਚ ਥਾਂ ਨਹੀਂ ਦਿੰਦੇ, ਅਸੀਂ ਕਹਿੰਦੇ ਅਸੀਂ ਦੁਖੀ ਹਾਂ, ਫਿਰ ਦੋਸ਼ ਗੁਰੂ ਦਾ ਥੋੜ੍ਹੀ ਹੈ। ਫਿਰ ਦੋਸ਼ ਉਹਨਾਂ ਦਾ ਥੋੜ੍ਹੀ ਹੈ ਜਿਨ੍ਹਾਂ ਨੇ ਆਪਣਾ ਆਪ ਗੁਰਬਾਣੀ ਨੂੰ ਬਚਾਉਣ ਦੇ ਲਈ ਵਾਰਤਾ।
ਫਿਰ ਦੋਸ਼ ਉਹਨਾਂ ਦਾ ਥੋੜ੍ਹੀ ਹੈ ਜਿਨ੍ਹਾਂ ਮਾਵਾਂ ਨੇ ਆਪਣੀ ਗੋਦੀ ਦੇ ਵਿੱਚੋਂ ਦੁੱਧ ਪੀਂਦੇ ਬੱਚਿਆਂ ਦੀਆਂ ਆਂਦਰਾਂ ਕਢਵਾ ਕੇ ਗਲਾਂ 'ਚ ਪਾ ਲਈਆਂ। ਫਿਰ ਦੋਸ਼ ਕਿਹਦਾ ਹੈ? ਕਿਸੇ ਨੂੰ ਦੋਸ਼ ਨਾ ਦਈਏ, ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾ ਆਪਣਿਆਂ ਭਲਿਓ। ਆਪਣੇ ਆਪ ਨੂੰ ਮਾੜਾ ਕਹਿਣਾ ਸਿੱਖ ਲਓ ਵੀ ਨਹੀਂ, ਜੇ ਮੇਰੇ ਤੋਂ ਕੋਈ ਖੁਸ਼ ਨਹੀਂ ਹੈ ਨਾ, ਮੇਰੇ 'ਚ ਕਮੀ ਹੈ ਕੋਈ, ਮੈਂ ਆਪਣੇ ਆਪ ਨੂੰ ਐਡਜਸਟ ਕਰਾਂ ਉਹਦੇ ਨਾਲ। ਮੈਂ ਵੇਖਾਂ ਤੇ ਸਹੀ, ਹੋ ਸਕਦਾ ਮੇਰਾ ਬੋਲਚਾਲ ਠੀਕ ਨਾ ਲੱਗਾ ਹੋਵੇ, ਹੋ ਸਕਦਾ ਮੇਰਾ ਬਿਹੇਵ ਅਗਲੇ ਨੂੰ ਠੀਕ ਨਾ ਲੱਗਾ ਹੋਵੇ, ਮੈਂ ਕਿਸੇ ਨੂੰ ਦੋਸ਼ ਨਾ ਦੇਵਾਂ। ਗੁਰਬਾਣੀ ਇਹ ਸਿਖਾਉਂਦੀ ਏ, ਆਪਣੇ ਅੰਦਰ ਝਾਤ ਮਾਰ ਕੇ ਵੇਖ, ਆਪਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਜਦੋਂ ਆਪਣੇ ਆਪ ਵੱਲ ਝਾਤ ਮਾਰਾਂਗੇ ਨਾ ਵੀ ਮੇਰੇ ਜੀਵਨ ਜਿਉਣ ਦੇ ਵਿੱਚ ਕਿੱਥੇ ਕਮੀ ਹੈ, ਤੇ ਫਿਰ ਹਰ ਬੰਦਾ, ਜਦੋਂ ਮੈਂ ਉਹ ਕਮੀ ਨੂੰ ਦੂਰ ਕਰਾਂਗਾ, ਹਰ ਬੰਦਾ ਮੇਰੇ ਨਾਲ ਬੋਲਣਾ ਪਸੰਦ ਕਰੇਗਾ, ਹਰ ਬੰਦਾ ਮੇਰੇ ਨਾਲ ਫਿਰ ਗੱਲ ਕਰਨੀ ਜਿਹੜੀ ਉਹ ਪਸੰਦ ਕਰੇਗਾ। ਔਰ ਸਤਿਗੁਰੂ ਸਾਹਿਬਾਨਾਂ ਦੇ ਪਾਵਨ ਬਾਣੀ ਦੇ ਇਸ ਖਜ਼ਾਨੇ ਨੂੰ ਜੀਵਨ ਦੇ ਵਿੱਚ ਥਾਂ ਦਈਏ। ਔਰ ਇੱਕ ਛੋਟੀ ਜਿਹੀ ਬੇਨਤੀ ਕਰਕੇ ਮੈਂ ਖਿਮਾ ਦਾ ਜਾਚਕ ਹੋਵਾਂਗਾ। ਗੁਰੂ ਪਿਆਰ ਵਾਲਿਓ, ਆਪਣੀ ਮਾਂ ਬੋਲੀ ਵੱਲ ਧਿਆਨ ਦਈਏ, ਆਪਣੇ ਵਿਰਸੇ ਦੀ ਪਛਾਣ ਕਰੀਏ, ਕਿਉਂਕਿ ਬੜੀ ਲੋੜ ਹੈ ਅੱਜ ਸਿੱਖ ਕੌਮ ਨੂੰ। ਅਸੀਂ ਆਪਣੀ ਮਾਂ ਬੋਲੀ ਵੱਲ ਧਿਆਨ ਦੇਣ ਦੀ ਕੋਸ਼ਿਸ਼ ਕਰੀਏ, ਆਪਣੇ ਬੱਚਿਆਂ ਨੂੰ ਜਿਹੜਾ ਗੁਰਮੁਖੀ ਦੀ ਸਿੱਖਿਆ ਦਈਏ, ਇਤਿਹਾਸ ਦੀ ਜਾਣਕਾਰੀ ਦਈਏ। ਔਰ ਜੀ ਬੜਾ ਕਰਦਾ ਸੀਗਾ ਇਤਿਹਾਸ ਦੇ ਨਾਲ ਸਾਂਝ ਪਾਉਣ ਦਾ, ਬਟ ਜਿਹੜਾ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਸੋ ਕੋਸ਼ਿਸ਼ ਇਹ ਕਰੀਏ, ਇੱਥੇ ਇਸ ਸੰਸਥਾ ਵੱਲੋਂ, ਇਸ ਮੈਨੇਜਮੈਂਟ ਵੱਲੋਂ ਬੜਾ ਸੋਹਣਾ ਉਪਰਾਲਾ ਕੀਤਾ ਗਿਆ ਹੈ, ਔਨਲਾਈਨ ਕਲਾਸਾਂ ਦਾ, ਆਫਲਾਈਨ ਕਲਾਸਾਂ ਦਾ। ਸੋ ਕੋਸ਼ਿਸ਼ ਕਰੀਏ ਆਪ ਵੀ ਇਹਨਾਂ ਕਲਾਸਾਂ ਤੋਂ ਜਿਹੜਾ ਉਹ ਲਾਹਾ ਲਈਏ। ਭਾਈ ਸਾਹਿਬ ਹੋਣੀ, ਹਰਪ੍ਰੀਤ ਸਿੰਘ ਜੀ, ਦਾਸ ਵੀਰ ਸਿੰਘ, ਸਾਡੇ ਦੋਨਾਂ ਦੀ ਸੇਵਾ ਆਪ ਸਾਰੀਆਂ ਸੰਗਤਾਂ ਦੇ ਵਿੱਚ ਲੱਗੀ ਹੋਈ ਹੈ। ਉਹ ਆਪਾਂ ਸਾਰੇ ਜਾਣੇ ਇਸ ਸੇਵਾ ਨੂੰ ਜਿਹੜਾ ਹੈ ਆਪਣੇ ਜੀਵਨ ਦੇ ਵਿੱਚ ਵਸਾਈਏ, ਔਰ ਕੋਸ਼ਿਸ਼ ਕਰੀਏ ਆਪਣੇ ਬੱਚਿਆਂ ਦੀਆਂ ਕੰਨਾਂ ਦੇ ਵਿੱਚ ਬਾਬੇ ਕੀਆਂ ਬਾਤਾਂ ਪਾਉਣ ਦੀਆਂ, ਸਾਹਿਬਜ਼ਾਦੇ ਦੀਆਂ ਗੱਲਾਂ ਸੁਣਾਉਣ ਦੀਆਂ। ਤਾਂ ਅਸੀਂ ਆਪ ਸਮਾਜ ਦੇ ਵਿੱਚ ਮਾਣ ਨਾਲ ਜੀ ਸਕਦੇ ਹਾਂ, ਔਰ ਮਾਣ ਨਾਲ ਇਹ ਗੱਲ ਕਹਿ ਸਕਦੇ ਹਾਂ ਵੀ ਅਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਹਾਂ। ਬੇਨਤੀ ਕਰਾਂ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਦੋਂ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਦੇ ਕੋਲ ਦੀ ਜਾ ਰਹੇ ਸਨ, ਮਾਤਾ ਗੁਜਰ ਕੌਰ ਜੀ ਤੀਜੇ ਦਿਨ ਪੇਸ਼ੀ ਪਾਉਣ ਦੇ ਲਈ, ਪੇਸ਼ੀ 'ਤੇ ਜਾਣ ਦੇ ਲਈ, ਜਦੋਂ ਸਾਹਿਬਜ਼ਾਦਿਆਂ ਦੇ ਸਿਰਾਂ 'ਤੇ ਕਲਗੀ ਸਜਾ ਕੇ ਤੋਰ ਰਹੀ ਹੈ ਨਾ, ਇੱਕ ਵਿਜ਼ਨ ਤਿਆਰ ਕੀਤਾ ਹੋਣਾ ਮਾਈਂਡ ਦੇ ਵਿੱਚ ਉਹਨਾਂ ਨੇ, ਇੱਕ ਸੋਚ, ਇੱਕ ਸੁਪਨਾ ਉਹਨਾਂ ਨੇ ਆਪਣੇ ਦਿਮਾਗ ਦੇ ਵਿੱਚ ਕ੍ਰੀਏਟ ਕੀਤਾ ਹੋਣਾ ਹੈ ਕਿ ਅੱਜ ਇਹਨਾਂ ਦੋਨਾਂ ਨੂੰ ਮੈਂ ਤੋਰ ਰਹੀ ਹਾਂ, ਉਹ ਕੱਲ੍ਹ ਨੂੰ ਇਹਨਾਂ ਦੋਨਾਂ ਤੋਂ 2 ਲੱਖ 2 ਕਰੋੜ 2 ਅਰਬ ਮੇਰੇ ਜਿਹੜੇ ਆ ਸਾਹਿਬਜ਼ਾਦੇ ਬਣ ਕੇ ਤਿਆਰ ਹੋਣਗੇ। ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੇ ਬੱਚਿਆਂ ਦੀਆਂ ਲਾਸ਼ਾਂ ਦੇ ਕੋਲ ਦੀ ਕੀ ਆਪਾਂ ਸੋਚਦੇ ਬੜਾ ਈਜ਼ੀ ਕੰਮ ਹੈ, ਸੌਖਾ ਜਿਹਾ ਕੰਮ ਹੈ ਆਪਣੇ ਪੁੱਤ ਦੀ ਲਾਸ਼ ਦੇ ਕੋਲੋਂ ਦੀ ਲੰਘ ਜਾਣਾ। ਉਹ ਕੱਪੜਾ ਪਾਉਣ ਵਾਸਤੇ ਭਾਈ ਦਇਆ ਸਿੰਘ ਕਹਿ ਰਿਹਾ ਹੈ, ਕਹਿੰਦਾ ਨਹੀਂ ਜੇ ਪਾਉਣਾ ਸਭ 'ਤੇ ਪਾ, ਨਹੀਂ ਤੇ ਇੱਕ 'ਤੇ ਵੀ ਨਾ ਪਾ। ਮੇਰੇ ਵੀਰੋ, ਸੌਖਾ ਕੰਮ ਨਹੀਂ ਆ, ਬਹੁਤ ਔਖਾ ਕੰਮ ਹੈ। ਔਰ ਉਹਨਾਂ ਨੇ ਇਹ ਔਖਾ ਕੰਮ ਕੀਤਾ ਸਾਡੇ ਲਈ ਕਿ ਅਸੀਂ ਉਹਨਾਂ ਦੀਆਂ ਕਥਨੀ ਤੇ ਕਰਨੀ ਤੇ ਪੂਰੇ ਹੋਈਏ। ਕੋਸ਼ਿਸ਼ ਕਰੀਏ ਆਪਣਾ ਆਪ ਸੰਭਾਲੀਏ, ਪਾਵਨ ਬਾਣੀ ਦੀ ਵਿਚਾਰ ਦੇ ਨਾਲ ਸਾਂਝ ਪਾਇਆ ਕਰੀਏ, ਆਪ ਗੁਰਬਾਣੀ ਦਾ ਪਾਠ ਪੜ੍ਹੀਏ, ਇਤਿਹਾਸ ਪੜ੍ਹੀਏ। ਸੋ ਮਾਫੀ ਚਾਹੁੰਦਾ, ਸਮਾਂ 5 ਮਿੰਟ ਜ਼ਿਆਦਾ ਲੈ ਗਿਆ, ਖਿਮਾ ਦਾ ਜਾਚਕ ਹਾਂ। ਸੋ ਇੱਥੇ ਸਮਾਪਤੀ ਹੈ। ਹੁਣ ਆਨੰਦ ਸਾਹਿਬ ਬਾਣੀ ਦਾ ਪਾਠ ਹੋਵੇਗਾ, ਉਸ ਤੋਂ ਉਪਰੰਤ ਦੇਗ ਵਰਤਾਈ ਜਾਏਗੀ। ਗੁਰੂ ਕੇ ਲੰਗਰ ਤਿਆਰ ਹਨ। ਸਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ। ਉਹ ਕੋਟਾਨ ਕੋਟ ਧੰਨਵਾਦ, ਸ਼ੁਕਰਾਨਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਆਪਣੀ ਛਤਰ ਛਾਇਆ ਦੇ ਹੇਠ ਇਕੱਠੇ ਹੋਣ ਦਾ ਸਬੱਬ ਬਖਸ਼ਿਸ਼ ਕੀਤਾ ਹੈ। ਸੋ ਫਤਿਹ ਨਾਲ ਸਾਂਝ ਪਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।